ਆਪਾਂ ਅੱਜ ਦਾ ਆਮ ਖਾਸ ਵਿਚਾਰ ਹੈ ਜਿਹੜਾ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੁਨੀਆ ਦੇ ਵਿੱਚ ਇੱਕ ਈਗੋਲੈਸ ਮੈਂ ਰਹਿਤ ਸੁਸਾਇਟੀ ਸਥਾਪਿਤ ਕਰਨ ਦੀ ਮਨੁੱਖਤਾ ਨੂੰ ਇੱਕ ਦੇਣ ਦਿੱਤੀ ਹੈ। ਅੱਜ ਤੋਂ 550 ਸਾਲ ਪਹਿਲਾਂ ਮਨੁੱਖ ਇੰਨਾ ਰਿਝਿਆ ਹੋਇਆ ਨਹੀਂ ਸੀ ਪਦਾਰਥ ਵਿੱਚ ਜਿੰਨਾ ਅੱਜ ਹੈ। ਅੱਜ ਤੋਂ 550 ਸਾਲ ਪਹਿਲਾਂ ਮਨੁੱਖ ਘੰਟਿਆਂ ਨਾਲ, ਮਿੰਟਾਂ ਨਾਲ, ਸਕਿੰਟਾਂ ਨਾਲ ਨਹੀਂ ਸੀ ਜੀਂਦਾ, ਸਗੋਂ ਸਾਲਾਂ ਸਦੀਆਂ ਤੱਕ ਜੀਂਦਾ ਸੀ। ਇਹ ਜਿਹੜਾ ਪਦਾਰਥ ਦਾ ਯੁੱਗ ਹੈ ਇਹਨੇ ਮੈਂ ਨੂੰ ਵੀ ਵਧਾਇਆ, ਹਉਮੈ ਸਵਾਰਥ ਸਾਰਾ ਕੁਝ ਫਲਿਆ ਇਸ ਯੁੱਗ ਦੇ ਵਿੱਚ। ਕਿਸੇ ਦੇ ਕੋਲ ਕੋਈ ਵਿਹਲ ਨਹੀਂ ਹੈ, ਹਰ ਕੋਈ ਮੈਂ ਕਰਦਾ, ਆਪਣੇ ਆਪ ਨੂੰ ਦੁਨੀਆ ਦੇ ਵਿੱਚ ਪ੍ਰਚਲਿਤ ਕਰਨ ਦੀ ਤਾਂਘ ਦੇ ਵਿੱਚ ਦੌੜਿਆ ਹੋਇਆ ਹੈ। ਸੱਚੇ ਪਾਤਸ਼ਾਹ ਨੇ ਬੜੇ ਹੀ ਪਿਆਰੇ ਤਰੀਕੇ ਦੇ ਨਾਲ ਆਈਲੈਸ ਬੁਈਲੈਸ ਸੁਸਾਇਟੀ ਦੀ ਸਿਰਜਣਾ ਕੀਤੀ ਹੈ। ਸਭ ਤੋਂ ਵੱਡੀ ਬਿਮਾਰੀ ਇਨਸਾਨ ਦੇ ਵਿੱਚ ਮੈਂ ਹੈ, ਮੈਂ ਕਰਦਾ ਹੀ ਫਿਰਦਾ ਹੈ। ਤੁਸੀਂ ਕਦੇ ਕਹਦੇ ਸੁਣਿਆ ਹੋਣਾ ਹੈ ਇਨਸਾਨ ਨੂੰ ਇਹਦੇ ਵਿੱਚ ਅਸੀਂ ਆਦਮੀ ਤੇ ਔਰਤ ਨੂੰ ਇਨਸਾਨ ਹੀ ਕਹਿੰਦੇ ਹਾਂ, ਸਮਝਦੇ ਹਾਂ ਕਿ ਜੇ ਮੈਂ ਆਈ ਤੇ ਆ ਗਿਆ ਤਾਂ ਫਿਰ ਦੇਖਣਾ। ਆਈ ਮੇਰੀ ਮਤਲਬ ਮੈਂ, ਜੇ ਮੈਂ ਆਪਣੀ ਮੈਂ ਤੇ ਆ ਗਿਆ ਫਿਰ ਦੇਖਣਾ ਕੀ ਹੋਵੇਗਾ। ਇਹ ਇੱਕ ਇਨਸਾਨ ਦੀ ਬਣਾਵਟ ਹੈ ਅੱਜ ਦੇ ਯੁੱਗ ਦੀ। ਤੁਸੀਂ ਆਮ ਹੀ ਸੁਣਦੇ ਹੋ ਗੱਲਾਂ ਦੇ ਵਿੱਚ ਸਾਰਾ ਦਿਨ ਆਪਣੇ ਮਿੱਤਰਾਂ ਦੇ ਨਾਲ, ਦੋਸਤਾਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ ਮੈਂ ਤੋਂ ਬਿਨਾਂ ਕੁਝ ਵੀ ਨਹੀਂ ਲੱਭਦਾ। ਸਾਰਾ ਕੁਝ ਕੁਦਰਤ ਦਾ ਬਣਾਇਆ ਹੋਇਆ ਮਨੁੱਖ ਨੇ ਨਾਸ ਵਿਨਾਸ਼ ਕਰ ਦਿੱਤਾ ਹੈ। ਪਾਣੀ ਵੀ, ਹਵਾ ਵੀ, ਧਰਤੀ ਵੀ ਤੇ ਆਪਣਾ ਆਪ ਵੀ। ਕੁਦਰਤ ਦਾ ਇੱਕ ਅੰਗ ਹੁੰਦੇ ਹੋਏ ਵੀ, ਕੁਦਰਤ ਦਾ ਇੱਕ ਹਿੱਸਾ ਹੁੰਦੇ ਹੋਏ ਵੀ ਮਨੁੱਖ ਆਪਣੇ ਆਪ ਨੂੰ ਵੱਡਾ ਮੰਨਦਾ ਹੈ। ਇਹ ਸਮਝਦਾ ਹੈ ਕਿ ਕੁਦਰਤ ਉਹਦੇ ਮਨੋਰੰਜਨ ਦੇ ਲਈ ਬਣਾਈ ਗਈ ਹੈ, ਜਦੋਂ ਕਿ ਆਪ ਵੀ ਇੱਕ ਹਿੱਸਾ ਹੈ ਕੁਦਰਤ ਦਾ। ਇਹੀ ਕਾਰਨ ਕਰਕੇ ਉਹਨੇ ਆਪਣੇ ਬਗੀਚੇ ਨੂੰ ਉਜਾੜਿਆ ਹੈ, ਸ਼ਿੰਗਾਰਨ ਦੀ ਬਜਾਏ ਉਜਾੜਿਆ ਹੈ। ਧਰਤੀ ਉੱਤੇ ਮਣਾ ਮੂੰਹ ਗਰਮੀ ਦੇ ਭੰਡਾਰ ਲਿਆ ਕੇ ਸੁੱਟ ਦਿੱਤੇ ਹਨ। ਜ਼ਹਿਰੀਲੀਆਂ ਗੈਸਾਂ, ਜ਼ਹਿਰੀਲੀਆਂ ਕੈਮੀਕਲਸ, ਦਵਾਈਆਂ ਧਰਤੀ ਦੀ ਸਤ੍ਹਾ ਦੇ ਵਿੱਚ ਧੋਸ ਦਿੱਤੀਆਂ ਹਨ। ਜਿੱਧਰ ਵੀ ਜਾਂਦਾ ਹੈ ਅੱਜ ਦਾ ਮਨੁੱਖ ਜ਼ਹਿਰ ਹੀ ਜ਼ਹਿਰ ਉਗਲਦਾ ਹੈ। ਇਸ ਧਰਤੀ ਉੱਤੇ ਇਸ ਤਰ੍ਹਾਂ ਦੇ ਨਿਊਕਲੀਅਰ ਆਰਮ, ਜਿਹਨੂੰ ਅਸੀਂ ਕਹਿੰਦੇ ਹਾਂ ਹਾਈਡਰੋਜਨ ਬੰਬ, ਬਣਾ ਲਏ ਹਨ ਕਿ ਪਲਾਂ ਦੇ ਵਿੱਚ ਆਪਣੇ ਇਸ ਉੱਡਣ ਖਟੋਲੇ ਧਰਤੀ ਦਾ ਵਿਨਾਸ਼ ਕਰ ਸਕਦਾ ਹੈ। ਅੱਜ ਦੇ ਯੁੱਗ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਤਾਂ ਗੁਰੂ ਨਾਨਕ ਦੇ ਸਿਧਾਂਤ ਦੀ ਹੈ।
ਜੀਓ ਅਤੇ ਜੀਣ ਦਿਓ, ਈਗੋਲੈਸ ਹੋ ਕੇ, ਮੈਂ ਰਹਿਤ ਹੋ ਕੇ, ਆਪਣੇ ਹੰਕਾਰ ਨੂੰ ਤੋੜ ਕੇ। ਤਿੰਨ ਸਿਧਾਂਤ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੇ ਹਨ, ਬਖਸ਼ੇ ਹਨ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿਰਤ, ਨਾਮ, ਸ਼ੇਅਰ। ਜਿਹੜਾ ਅਖੀਰਲਾ ਵੰਡ ਛਕੋ, ਉਹਦੇ ਨਾਲ ਜੇ ਕਿਰਤ ਕਰਦਿਆਂ ਤੋਂ ਧਨ ਜ਼ਿਆਦਾ ਕਮਾਇਆ ਜਾਂਦਾ ਹੈ। ਹੰਕਾਰ ਪਹਿਲੇ ਭਾਗ ਦੇ ਵਿੱਚ ਹੀ ਪੈਦਾ ਹੁੰਦਾ ਹੈ। ਜਦੋਂ ਕਿਰਤ ਕਰਦਿਆਂ ਬੇਸ਼ੁਮਾਰ ਦੌਲਤ ਇਕੱਠੀ ਹੋ ਜਾਂਦੀ ਹੈ, ਸਿੱਧੇ ਜਾਂ ਸਿੱਧੇ ਤਰੀਕਿਆਂ ਦੇ ਨਾਲ ਮਨੁੱਖ ਹੰਕਾਰ ਦੇ ਵਿੱਚ ਆਉਂਦਾ ਹੈ। ਦੂਸਰਾ ਸਿਧਾਂਤ ਗੁਰੂ ਨਾਨਕ ਸਾਹਿਬ ਦਾ, ਨਾਮ ਜਪੋ, ਉਹਨੂੰ ਧੋਂਦਾ ਹੈ, ਸਾਫ਼ ਕਰਦਾ ਹੈ ਮੈਂ ਨੂੰ। ਤੀਸਰਾ ਬਿਲਕੁਲ ਹੀ ਵਿਨਾਸ਼ ਕਰ ਦਿੰਦਾ ਹੈ ਈਗੋ ਨੂੰ, ਜਦੋਂ ਵੰਡ ਕੇ ਛਕਣ ਦੀ ਵਾਰੀ ਆਉਂਦੀ ਹੈ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਸ ਤਰ੍ਹਾਂ ਧਰਤੀ ਉੱਤੇ ਮੈਂ ਦਾ ਖਾਤਮਾ ਹੋ ਸਕਦਾ ਹੈ। ਮਨੁੱਖ ਮੁੜ ਕੇ ਆਪਣੇ ਸਵਾਰਥ ਨੂੰ ਛੱਡ ਕੇ ਆਪਣਿਆਂ ਨਾਲ ਪਿਆਰ ਦੇ ਵਿੱਚ ਭਰ ਸਕਦਾ ਹੈ, ਆਪ ਵੀ ਤੇ ਦੂਸਰਿਆਂ ਨੂੰ ਵੀ। ਇਹ ਇੱਕੋ ਇੱਕ ਸਿਧਾਂਤ ਸੱਚੇ ਪਾਤਸ਼ਾਹ ਨੇ ਮਨੁੱਖਤਾ ਨੂੰ ਬਖਸ਼ਿਆ ਹੈ। ਪਰ ਬਦਕਿਸਮਤੀ ਹੈ ਸਾਡੀ, ਅਸੀਂ ਇਹ ਫਿਲਾਸਫੀ, ਅਸੀਂ ਇਹ ਸਿਧਾਂਤ ਦੱਸਣ ਵਾਲੇ ਆਪ ਹੀ ਉਸ ਨੂੰ ਵਿਗਾੜਨ ਦੇ ਚੱਕਰਾਂ ਦੇ ਵਿੱਚ ਪੈ ਗਏ ਹਾਂ। ਗੁਰੂ ਨਾਨਕ ਨੇ ਮੈਂ ਦਾ ਵਿਨਾਸ਼ ਕਰਨ ਦਾ ਸੁਨੇਹਾ ਦਿੱਤਾ ਹੈ। ਅਸੀਂ ਮੈਂ ਨੂੰ ਫੈਲਾਉਣ ਉੱਤੇ ਲੱਗੇ ਹੋਏ ਹਾਂ। ਕਾਸ਼ ਕਿ ਅਸੀਂ ਬਾਬੇ ਦੀ ਇਸ ਸਿੱਖਿਆ ਨੂੰ ਸਮਝਿਆ ਹੁੰਦਾ, ਤਾਂ ਸਾਰੀ ਦੁਨੀਆ ਦੇ ਲੋਕ ਇਸ ਦਵਾਈ, ਇਸ ਮਲਮ ਨੂੰ ਭਾਲਦੇ ਸਾਡੇ ਅੱਗੇ ਹੱਥ ਫੈਲਾਉਂਦੇ ਹੁੰਦੇ। ਪਰ ਅਸੀਂ ਤਾਂ ਆਪਣੇ ਆਪ ਨੂੰ ਹੀ ਹਉਮੈ ਦਾ ਰੋਗੀ ਬਣਾ ਲਿਆ ਹੈ। ਰਿਵਾਜ ਦੇ ਤੌਰ ਤੇ ਰਿਚੁਅਲਸ ਖੜੀਆਂ ਕਰ ਲਈਆਂ ਹਨ, ਜਿਹੜੀਆਂ ਕਿਸੇ ਵੇਲੇ ਪੁਰੋਹਿਤ ਨੇ ਗੁਰੂ ਨਾਨਕ ਸਾਹਿਬ ਦੇ ਅੱਗੇ ਪਰੋਸ ਕੇ ਧਰੀਆਂ ਸਨ। ਅਸੀਂ ਉਹਨਾਂ ਨੂੰ ਅਪਣਾ ਲਿਆ ਹੈ, ਚਾਹੇ ਨਵੀਨ ਤਰੀਕੇ ਨਾਲ ਹੀ। ਰੋਗੀ ਬਣ ਗਏ ਹਾਂ ਉਹਨਾਂ ਕਰਮ ਕਾਂਡਾਂ ਦੇ ਜਿਨ੍ਹਾਂ ਨੂੰ ਬਾਬੇ ਨੇ ਨਕਾਰਿਆ ਸੀ। ਕਾਸ਼ ਸਾਡੇ ਵਿੱਚ ਵੀ ਜੇਰਾ ਹੁੰਦਾ, ਉਸ ਜਨੇਊ ਨੂੰ ਪਰੇ ਸੁੱਟਣ ਦਾ, ਜਿਹਨੂੰ ਬਾਬੇ ਨੇ ਕਰਮ ਕਾਂਡ, ਰਿਚੁਅਲ ਕਰਕੇ ਪਰੇ ਧੱਕ ਦਿੱਤਾ ਸੀ। ਅੱਜ ਦੇ ਯੁੱਗ ਦੇ ਵਿੱਚ ਇੱਕੋ ਇੱਕ ਜੀਵਨ ਦਾ ਸਰੋਤ ਬਾਕੀ ਰਹਿ ਗਿਆ ਹੈ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹੀ ਸੱਚੇ ਪਾਤਸ਼ਾਹ ਨੇ ਸਾਨੂੰ ਮਿਹਰ ਕੀਤੀ ਹੈ। ਕਿਵ ਕੂੜੇ ਟੁੱਟੇ ਪਾਲ। ਜਪਜੀ ਸਾਹਿਬ ਦੀ ਵਿਚਾਰ ਕਰ ਰਹੇ ਹਾਂ। ਸੱਚੇ ਪਾਤਸ਼ਾਹ ਦੀ ਬਾਣੀ, ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਮਿਹਰ ਕੀਤੀ ਹੈ ਦੁਨੀਆ ਉੱਤੇ। ਇਸ ਸੰਸਾਰ ਦੇ ਵਿੱਚ ਜੇ ਸਭ ਤੋਂ ਮਾਡਰਨ, ਸਾਇੰਟੀਫਿਕ, ਵਿਗਿਆਨਕ ਜੋ ਵੀ ਇਸ ਵੇਲੇ ਟੈਕਨੋਲੋਜੀ ਹੈ, ਸਭ ਤੋਂ ਪਹਿਲੇ ਨੰਬਰ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਫਿਲਾਸਫੀ ਹੈ। ਅੱਜ ਦੇ ਯੁੱਗ ਦੇ ਵਿੱਚ ਹਰ ਕੋਈ ਤ੍ਰਿਸ਼ਨਾ ਦੇ ਵਿੱਚ ਗੁਆਚਿਆ ਹੋਇਆ ਹੈ।
frustration, depression, isolation ਇਨਸਾਨ ਨੂੰ ਪਦਾਰਥ ਨੇ ਬਿਮਾਰ ਕਰਤਾ। ਮਟੀਰੀਅਲ ਲਾਈਫ ਮੇਡ ਦਾ ਹਿਊਮਨਸ ਸਿਕ। ਜਦੋਂ ਕੋਈ ਵੀ ਬੰਦਾ ਬਿਮਾਰ ਹੁੰਦਾ, ਸਿੱਕ ਹੁੰਦਾ, ਉਹ ਠੀਕ ਸੋਚ ਨਹੀਂ ਸਕਦਾ। ਤੁਸੀਂ ਦੁਨੀਆ ਦੇ ਵਿੱਚ ਦੇਖੋ ਦੁਖਾਂਤ ਕਿੰਨੇ ਹੋ ਰਹੇ ਨੇ। ਅਮਰੀਕਾ ਵਰਗੇ ਮੁਲਕ ਦੇ ਵਿੱਚ ਸਟੂਡੈਂਟਸ ਆ ਜਿਹੜੇ ਟੀਨੇਜਰ, ਉਹ ਵਾਇਲੈਂਸ ਵੱਲ ਨੂੰ ਤੁਰ ਪਏ। ਆਪਣੇ ਸਕੂਲਾਂ ਦੇ ਵਿੱਚ ਗਨਜ਼ ਲੈ ਕੇ ਆਪਣੇ ਸੰਗੀ ਸਾਥੀਆਂ ਉੱਤੇ ਗੋਲੀਆਂ ਚਲਾਉਂਦੇ। ਕਿਸੇ ਮੁਲਕ ਦੇ ਵਿੱਚ ਕੋਈ ਕੈਮੀਕਲ ਵੈਪਨ ਲੈ ਕੇ ਸਪਰੇਅ ਕਰ ਰਿਹਾ ਆਪਣੀ ਮਨੁੱਖਤਾ ਦੇ ਉੱਤੇ, ਆਪਣੀ ਪਰਜਾ ਉੱਤੇ। ਰਾਜਾ ਆਪਣੀ ਪਰਜਾ ਉੱਤੇ ਕੈਮੀਕਲ ਵੈਪਨ ਦੀ ਸਪਰੇਅ ਕਰ ਰਿਹਾ। ਕਿਤੇ ਕੋਈ ਆਪਣੇ ਧਰਮ ਨੂੰ ਵੱਡਾ ਮੰਨ ਕੇ ਦੂਜਿਆਂ ਦਾ ਖੁਰਾ ਖੋਜ ਮੁਕਾਉਣ ਤੇ ਲੱਗਿਆ ਹੋਇਆ। ਇਹ ਸਭ ਇਨਸਾਨ ਦੀ ਬਿਮਾਰੀ ਦੀਆਂ ਗੱਲਾਂ ਨੇ। ਮਨੁੱਖਤਾ ਦੇ ਉੱਤੇ ਸਭ ਤੋਂ ਵੱਡਾ ਅਤਿਆਚਾਰ ਹੈ ਜਿਹੜਾ ਉਹ ਮਟੀਰੀਅਲ ਨੇ, ਪਦਾਰਥ ਨੇ ਕੀਤਾ। ਮਾਨਸਿਕਤਾ ਜਿਹੜੀ ਉਹ ਸਿੱਖ ਹੋ ਚੁੱਕੀ ਹੈ। ਇਸ ਯੁੱਗ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹੈ ਜਿਹੜੀ, ਉਹ ਇੱਕ ਅੰਮ੍ਰਿਤ ਰੂਪੀ ਸੋਮੇ ਦਾ ਕੰਮ ਕਰ ਰਹੀ ਹੈ। ਇਹ ਕੋਈ ਕਹਿਣ ਦੀ ਗੱਲ ਨਹੀਂ ਹੈ। ਜਦੋਂ ਵੀ ਮਨ ਬੇਚੈਨ ਹੋਵੇ, ਇਹ ਐਕਸਪੈਰੀਮੈਂਟ ਕਰਕੇ ਵੇਖ ਲੈਣਾ ਚਾਹੀਦਾ ਹੈ। ਸੁਣਨਾ, ਪੜ੍ਹਨਾ, ਵਿਚਾਰਨਾ। 1430 ਅੰਗ ਬਾਣੀ ਦੇ ਬਿਲਕੁਲ ਮਨੁੱਖਤਾ ਦੇ ਲਈ ਇੱਕ ਮੈਡੀਸਨ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 38 ਪੌੜੀਆਂ ਜਪ ਜੀ ਦੀਆਂ, ਮੂਲ ਮੰਤਰ ਤੇ ਸ਼ਲੋਕ ਮਨੁੱਖਤਾ ਦੇ ਲਈ ਮਿਹਰ ਕੀਤੀ ਹੈ। 36 ਸਾਲ ਆਪਣੀ ਉਮਰ ਦੇ ਵਿੱਚ ਬਿਰਹਾ ਦੇ ਵਿੱਚ, ਵਿਜੋਗ ਦੇ ਵਿੱਚ ਆਪਣੇ ਪਿਆਰੇ ਦੇ ਲਈ ਗਾਉਂਦੇ ਰਹੇ। ਬੈਰਾਗ ਦੇ ਵਿੱਚ, ਬੇਵਲਤਾ ਦੇ ਵਿੱਚ ਤੜਫਦੇ ਰਹੇ। ਤੇ ਕਦੇ ਕੋਈ ਸੁਨੇਹਾ ਆਊਗਾ ਮੇਰੇ ਪਿਆਰੇ ਦਾ, ਮੈਨੂੰ ਮੇਰੇ ਪਿਆਰੇ ਦੇ ਦਰਸ਼ਨ ਹੋਣਗੇ। ਤੇ ਇੱਕ ਦਿਨ ਚਾਣਚੱਕ ਬੇਈ ਨਦੀ ਦੇ ਵਿੱਚੋਂ ਇਸ਼ਾਰਾ ਹੋਇਆ ਤਾਂ ਨਾਨਕ ਬੇਈ ਨਦੀ ਦੇ ਵਿੱਚ ਕੁੱਦ ਗਿਆ। ਜਿਹੜੇ ਇਸ਼ਾਰੇ ਨੂੰ ਗੁਰੂ ਨਾਨਕ ਸਾਹਿਬ ਉਡੀਕਦੇ ਸੀ, ਉਹ ਮਿਲ ਗਿਆ ਤੇ ਆਪਣੇ ਸਰੀਰ ਸਮੇਤ ਪ੍ਰਭੂ ਦੇ ਦਰਸ਼ਨਾਂ ਨੂੰ ਗਏ। ਪਿਆਰੇ ਨੂੰ ਗਲ ਦੇ ਨਾਲ ਲਾਇਆ, ਗਰੀਬੀ ਦੇ ਗੱਫੇ ਵੰਡੇ ਤੇ ਮੁੜ ਕੇ ਧਰਤੀ ਤੇ ਭੇਜਿਆ। ਸਾਦਗੀ ਨਿਮਰਤਾ ਦਾ ਪੁੰਜ ਬਣਾਇਆ ਤੇ ਸਾਰੇ ਸੰਸਾਰ ਨੂੰ ਇਹ ਅੰਮ੍ਰਿਤ ਦਾ ਭੰਡਾਰਾ ਵੰਡਿਆ। ਜਪਜੀ ਸਾਹਿਬ ਦੀ ਜਿਹੜੀ ਟੈਕਨੋਲੋਜੀ ਹੈ, ਸਾਇੰਟੀਫਿਕ ਪਹਿਲੂ ਹੈ, ਉਹਦੇ ਵਿੱਚ ਇਕੱਲੀ ਇਸ ਧਰਤੀ ਦੀ ਗੱਲ ਨਹੀਂ ਕੀਤੀ, ਇਕੱਲੇ ਇਸ ਯੁੱਗ ਦੀ ਗੱਲ ਨਹੀਂ ਕੀਤੀ। ਯੂਨੀਵਰਸਿਸ
ਗਲੈਕਸੀਜ਼, ਖੰਡ, ਬ੍ਰਹਿਮੰਡ, ਜੀਵ ਦੁਨੀਆ ਦੇ ਤਮਾਮ ਹਰ ਇੱਕ ਦੀ ਜਿਹੜੀ ਸਾਈਕਲੋਪੀਡੀਆ ਉਹ ਵਰਣਨ ਕੀਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 4 ਪੌੜੀਆਂ ਸੁਣੀਆਂ ਦੀਆਂ ਨੇ, 4 ਪੌੜੀਆਂ ਮੰਨੇ ਦੀਆਂ ਨੇ। ਜਦੋਂ ਇਨਸਾਨ ਇਸ ਧਰਤੀ ਤੇ ਆਉਂਦਾ ਹੈ, ਉਹ ਬੋਲਦਾ ਨਹੀਂ ਹੈ, ਸਮਝਦਾ ਨਹੀਂ ਹੈ, ਉਹਨੂੰ ਬੋਲੀ ਨਹੀਂ ਆਉਂਦੀ। ਇੱਕ ਛੋਟਾ ਜਿਹਾ ਨੰਨਾ ਜਿਹਾ ਬੱਚਾ ਬਸ ਰੋਣਾ ਜਾਣਦਾ ਤੇ ਜਾਂ ਉਹਦੇ ਸੂਖਮ ਮਿਹਦੇ ਨੂੰ ਭੁੱਖ ਲੱਗਦੀ ਹੈ, ਉਹਦੇ ਲਈ ਮੰਗ ਕਰਦਾ ਦੁਨੀਆ ਤੋਂ ਕਿ ਮੈਨੂੰ ਥੋੜਾ ਜਿਹਾ ਭੋਜਨ ਦੇ ਦਿਓ, ਦੁੱਧ ਦੇ ਦਿਓ, ਨਹੀਂ ਸੁੱਤਾ ਰਹਿੰਦਾ, ਸੁਣਦਾ ਰਹਿੰਦਾ, ਬੋਲਦਾ ਬਹੁਤ ਘੱਟ ਹੈ, ਸਿਰਫ ਰੋਂਦਾ ਜਦੋਂ ਉਹਨੂੰ ਭੁੱਖ ਲੱਗਦੀ ਹੈ, ਸੁਣਦਾ। ਬੜੀ ਸੋਹਣੀ ਆਦਤ ਹੈ ਇਨਸਾਨ ਦੀ ਸੁਣਨਾ। ਨਹੀਂ ਤਾਂ ਹਰ ਕੋਈ ਬੋਲਣਾ ਚਾਹੁੰਦਾ, ਆਪਣਾ ਜੰਤਰ ਵਜਾਉਣਾ ਚਾਹੁੰਦਾ, ਦੁਨੀਆ ਨੂੰ ਦੱਸਣਾ ਚਾਹੁੰਦਾ ਕਿ ਮੇਰੀ ਸੁਣੋ ਸੁਣੋ। ਕਈ ਵਾਰ ਇੰਨਾ ਕਾਲਾ ਹੋ ਜਾਂਦਾ ਆਪਣੀ ਗੱਲ ਸੁਣਾਉਣ ਦੇ ਲਈ ਕਿ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਕਿ ਮੈਨੂੰ ਸੁਣਦੇ ਕਿਉਂ ਨਹੀਂ, ਮੈਂ ਤੁਹਾਡੇ ਲਈ ਸੰਦੇਸ਼ਾ ਲੈ ਕੇ ਆਇਆ। ਕਈ ਵਾਰ ਇਨਸਾਨ ਇਹ ਵੀ ਭੁੱਲ ਜਾਂਦਾ ਕਿ ਮੈਂ ਸੁਣਾ ਰਿਹਾ ਜਿਹੜੀ ਗੱਲ ਲੋਕਾਂ ਨੂੰ, ਕੀ ਮੈਂ ਉਹ ਆਪ ਵੀ ਕਰ ਰਿਹਾ। ਜਿਹੜੀ ਮੈਂ ਇੰਨੀ ਚੀਕ ਚੀਕ ਕੇ ਪੁਕਾਰ ਕਰ ਰਿਹਾ ਕਿ ਮੇਰੀ ਗੱਲ ਸੁਣੋ, ਕਿ ਮੈਂ ਉਹਦੇ ਉੱਤੇ ਆਪ ਵੀ ਅਮਲ ਕੀਤਾ। ਜ਼ਿਆਦਾਤਰ ਹਾਲਾਤਾਂ ਦੇ ਵਿੱਚ ਨਹੀਂ। ਕਿੰਨਾ ਵਧੀਆ ਡਰਾਮਾ ਮਨੁੱਖ ਕਰਦਾ ਇਸ ਧਰਤੀ ਤੇ ਕਿ ਆਪ ਕੁਝ ਨਹੀਂ ਕਰਦਾ, ਜਿਹੜਾ ਸੰਦੇਸ਼ਾ ਲੋਕਾਂ ਨੂੰ ਦੇ ਰਿਹਾ ਉਹ ਵੀ ਚੀਕ ਚੀਕ ਕੇ ਪੁਕਾਰ ਕੇ ਮੇਰੀ ਗੱਲ ਸੁਣੋ। ਇਹੀ ਜਿਹੜੀ ਤਰਾਸਗੀ ਹੈ ਮਨੁੱਖ ਦੀ ਹੈ। ਆਪਣੀ ਗੱਲ ਸੁਣਾਉਣੀ ਚਾਹੁੰਦਾ ਜਿਹੜੀ ਕਿ ਉਹ ਆਪ ਨਹੀਂ ਕਰਦਾ। ਉਹ ਚੀਜ਼ ਵੰਡ ਰਿਹਾ ਜਿਹੜਾ ਉਹਦੇ ਕੋਲ ਕੁਛ ਹੈ ਹੀ ਨਹੀਂ, ਖਾਲੀ ਹੈ, ਖਾਲੀ ਭਾਂਡੇ ਵਾਂਗੂ ਖੜਕ ਰਿਹਾ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਿਹਰ ਕਰਦੇ ਨੇ ਕਿ ਸੁਣੋ। ਜੇ ਸੁਣਨ ਦਾ ਤੁਸੀਂ ਸੁਣੀਏ ਬਣ ਗਏ, ਤੁਹਾਡਾ ਨਾਂ ਹੀ ਸੁਣੀਆ ਬਣ ਗਿਆ, ਤੁਹਾਨੂੰ ਉਹਦਾ ਲਾਭ ਹੋਊਗਾ, ਤੁਹਾਨੂੰ ਉਹਦੀ ਪ੍ਰਾਪਤੀ ਹੋਊਗੀ ਸੁਣਨ ਦੀ। ਦੇਖੋ ਇਹ ਜਿਹੜੇ ਕੰਨ ਨੇ ਇਹ ਸੁਣਦੇ ਆ, ਜਿਵੇਂ ਜੀਭ ਹੈ ਜਿਹੜੀ ਉਹ ਮਸਾਲੇ ਵਾਲੇ ਭੋਜਨ ਨੂੰ ਪਸੰਦ ਕਰਦੀ ਹੈ, ਸਾਦੇ ਤੇ ਸੋਹਣੇ ਭੋਜਨ ਨੂੰ ਪਸੰਦ ਨਹੀਂ ਕਰਦੀ, ਠੁਕਰਾ ਦਿੰਦੀ ਹੈ। ਇਸ ਤਰ੍ਹਾਂ ਕੰਨ ਵੀ ਬੜੇ ਚਲਾਕ ਨੇ, ਇਹ ਵੀ ਸਿੱਧੀ ਸਾਦੀ ਕੰਮ ਦੀ ਗੱਲ ਸੁਣ ਕੇ ਰਾਜੀ ਨਹੀਂ। ਅੱਧ ਸੁੱਤਾ ਇਨਸਾਨ ਜਾਗ ਪੈਂਦਾ ਜਦੋਂ ਉਹਨੂੰ ਕੋਈ ਚੰਗੀ ਚੁਗਲੀ ਦੀ ਗੱਲ ਸੁਣਾਉਂਦਾ, ਨਹੀਂ ਤਾਂ ਜਾਗਦਾ ਹੀ ਸੌਂ ਜਾਂਦਾ ਜੇ ਕੋਈ ਕੰਮ ਦੀ ਗੱਲ ਉਹਨੂੰ ਸੁਣਾਉਂਦਾ। ਇਹ ਇਨਸਾਨ ਦਾ ਕਸੂਰ ਨਹੀਂ ਹੈ, ਦਰਅਸਲ ਉਹਦੀ ਪ੍ਰੋਗਰਾਮਿੰਗ ਹੈ ਜਿਹੜਾ ਉਹਦਾ ਸਿਸਟਮ ਹੈ ਪ੍ਰਭੂ ਨੇ ਬਣਾਇਆ, ਇਸੇ ਤਰ੍ਹਾਂ ਦਾ ਬਣਾਇਆ ਕਿ ਤੂੰ ਪ੍ਰਭੂ ਦੀ ਗੱਲ ਨਹੀਂ ਸੁਣਨੀ ਤਾਂ ਚੰਗੀ ਗੱਲ ਨਹੀਂ ਸੁਣਨੀ, ਤਾਂ ਬੋਲਣਾ, ਝੱਖ ਮਾਰਨਾ,
ਤੇ ਤਾਂ ਚੁਗਲੀ ਨਿੰਦਿਆ ਕਰਨੀ ਹੈ ਤੇ ਚੁਗਲੀ ਨਿੰਦਿਆ ਸੁਣਨੀ ਹੈ, ਤਾਂ ਕਿ ਇਨਸਾਨ ਗਵਾਚਿਆ ਰਵੇ ਮਾਇਆ ਦੇ ਵਿੱਚ। ਬੜਾ ਵੱਡਾ ਟੈਸਟ ਹੈ ਪ੍ਰਭੂ ਨੇ ਪਾਇਆ। ਇਨਸਾਨ ਵਿਚਾਰਾ ਕੀ ਕਰੇ? ਉਹਦੇ ਹੱਥ ਦੇ ਵਿੱਚ ਕੀ ਹੈ? ਕੋਈ ਬਿਰਲਾ ਬਿਰਲਾ ਨਿਕਲਦਾ ਹੈ ਇਸ ਕਲ ਜਗਣ ਦੇ ਵਿੱਚੋਂ। ਸੱਚੇ ਪਾਤਸ਼ਾਹ ਮਿਹਰ ਕਰਦੇ ਆ ਕਿ ਜੇ ਤੇਰੀ ਆਦਤ ਦੂਸਰਿਆਂ ਨਾਲੋਂ ਵੱਖਰੀ ਹੋ ਜਾਵੇ, ਤੇਰੇ ਵੱਸ ਦਾ ਰੋਗ ਨਹੀਂ, ਤੇਰੇ ਵਿੱਚ ਕੋਈ ਸ਼ਕਤੀ ਨਹੀਂ ਹੈ, ਪਾਵਰ ਨਹੀਂ ਹੈ ਕਿ ਤੂੰ ਆਪ ਸੁਣ ਸਕੇ, ਉਹਨੂੰ ਆਪਣੇ ਰਹਿਬਰ ਨੂੰ ਬੇਨਤੀ ਕਰ, ਨਮਸਕਾਰ ਕਰ ਕਿ ਸੱਚੇ ਪਾਤਸ਼ਾਹ ਮੈਨੂੰ ਚੰਗੀ ਗੱਲ ਸੁਣਨ ਦੀ ਆਦਤ ਪਾ। ਮੈਂ ਬੋਲਣਾ ਘੱਟ ਤੇ ਸੁਣਾ ਜ਼ਿਆਦਾ, ਉਹ ਵੀ ਤੇਰੀ ਸਿਫਤ ਸਲਾਹ ਦੀ ਗੱਲ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਦੇ ਆ। ਅੱਜ ਆਪਾਂ 8ਵੀਂ ਪੌੜੀ ਹੈ ਜਿਹੜੀ, ਉਹਦੇ ਬਾਰੇ ਵਿਚਾਰ ਕਰਦੇ ਆ। ਦੇਖੋ ਗੁਰਬਾਣੀ ਇੰਨੀ ਡੀਪ ਹੈ, ਇਹਨੂੰ ਇਨਸਾਨ ਸਮਝ ਨਹੀਂ ਸਕਦਾ ਛੇਤੀ ਕਰਕੇ। ਉਹਦੀ ਮਿਹਰ ਦੇ ਨਾਲ ਹੀ ਸਮਝ, ਜਿੰਨੀ ਕੋ ਬਖਸ਼ਦਾ ਉਨੀ ਕੁ ਪੈਂਦੀ ਹੈ, ਕਿਉਂਕਿ ਰੱਬੀ ਕਲਾਮ ਹੈ, ਤੁਰਕੀ ਬਾਣੀ ਹੈ। ਇਨਸਾਨ ਹੈ ਜਿਹੜਾ ਮਾਇਆ ਦਾ ਗਵਾਚਿਆ ਹੋਇਆ ਇੱਕ ਪੁਤਲਾ ਹੈ, ਉਹਦੇ ਵਿੱਚ ਇੰਨੀ ਅਕਲ ਕਿੱਥੋਂ? ਪਰ ਜਿਹਦੇ ਉੱਤੇ ਵੀ ਜਿੰਨੀ ਕਿਰਪਾ ਕਰਦਾ ਹੈ ਉਨੀ ਕੁ ਉਹਨੂੰ ਗੱਲ ਸਮਝਾ ਦਿੰਦਾ। ਸੱਚੇ ਪਾਤਸ਼ਾਹ ਮਿਹਰ ਕਰਦੇ ਆ। ਸੁਣੀਏ ਸਿੱਧ ਪੀਰ ਸੁਰਨਾਥ, ਇਹ ਚਾਰ ਨਾਂ ਜਿਹੜੇ, ਇਹਨਾਂ ਨੂੰ ਦੁਨੀਆ ਬੜਾ ਪਿਆਰ ਕਰਦੀ ਹੈ, ਕਿਉਂਕਿ ਦੁਨੀਆ ਸ਼ਕਤੀ ਭਾਲਦੀ ਹੈ, ਕਰਾਮਾਤ ਭਾਲਦੀ ਹੈ। ਨੌਵੇਂ ਪਾਤਸ਼ਾਹ ਦੀ ਬਾਣੀ ਤੁਸੀਂ ਸਰਵਣ ਕਰ ਰਹੇ ਸੀ, ਔਰ ਰੰਗਜੇਬ ਨੂੰ ਇੱਕ ਕੰਵਲ ਚੜਿਆ ਕਿ ਤੁਸੀਂ ਸਿੱਖਾਂ ਦੇ ਗੁਰੂ ਹੋ, ਤੁਹਾਡੇ ਸ਼ਰਧਾਵਾਨ ਸਿੱਖ ਬੜੇ ਪਿਆਰੇ ਨੇ, ਤੇ ਤੁਸੀਂ ਕੋਈ ਕਰਾਮਾਤ ਕਰਕੇ ਦਿਖਾਓ। ਨੌਵੇਂ ਪਾਤਸ਼ਾਹ ਇਹਨੂੰ ਸਮਝਾ ਰਹੇ ਹੈ ਆਪਣੀ ਚੁੱਪ ਦੇ ਨਾਲ ਕਿ ਔਰੰਗਜ਼ੇਬ ਦੁਨੀਆ ਦੇ ਵਿੱਚ ਕੋਈ ਕਰਾਮਾਤ ਨਹੀਂ। ਜਿਹੜੀਆਂ ਧਰਤੀਆਂ ਪਾਉਂਦੀਆਂ ਫਿਰਦੀਆਂ ਨੇ, ਬ੍ਰਹਿਮੰਡ ਚੱਲਦੇ ਫਿਰਦੇ ਨੇ, ਇਨਸਾਨ ਇੱਕ ਮਾਡਲ ਦੇ ਰੂਪ ਦੇ ਉੱਤੇ ਧਰਤੀ 'ਚ ਵਿਚਰ ਰਿਹਾ ਹੈ। ਇਦੋਂ ਵੱਡੀ ਕਰਾਮਾਤ ਕੋਈ ਹੋਰ ਹੋ ਨਹੀਂ ਸਕਦੀ। ਤੂੰ ਮੈਨੂੰ ਇੱਕ ਛੋਟਾ ਜਿਹਾ ਜਾਦੂਗਰ ਬਣਾਉਣਾ ਚਾਹੁੰਦਾ ਕਿ ਮੈਂ ਤੈਨੂੰ ਨਾਟਕ ਕਰਕੇ ਦਿਖਾ ਲਵਾਂ। ਮੈਂ ਉਸ ਕਰਤੇ ਦਾ ਸ਼ਰੀਕ ਨਹੀਂ ਬਣਨਾ ਚਾਹੁੰਦਾ, ਮੈਂ ਉਹਦਾ ਮੁਕਾਬਲਾ ਨਹੀਂ ਕਰਨਾ ਚਾਹੁੰਦਾ। ਔਰੰਗਜ਼ੇਬ ਦਾ ਡਰਾਵਾ ਕਿ ਅਸੀਂ ਤੈਨੂੰ ਕਤਲ ਕਰ ਦੇਵਾਂਗੇ, ਤਾਂ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿੰਦੇ ਕਿ ਸ਼ਹੀਦੀ ਇਹਨਾਂ ਦੇ ਲਈ, ਦੱਬੇ ਕੁਚਲਿਆਂ ਦੇ ਲਈ ਸਾਡਾ ਕਰਤੱਵ ਹੈ। ਜੇ ਪ੍ਰੀਤ ਪਾਈ ਹੈ ਨਿਮਾਣੇ ਨਤਾਣਿਆਂ ਨਾਲ, ਤੇ ਉਹ ਨਿਭਾਉਣੀ ਹੈ। ਔਰੰਗਜ਼ੇਬ, ਇਹ ਸਰੀਰ ਅਕਾਲ ਦਾ, ਤੇ ਉਹਦੀ ਜਿਸ ਤਰ੍ਹਾਂ ਮਰਜ਼ੀ ਹੈ ਉਸ ਤਰ੍ਹਾਂ ਹੀ ਹੋਣਾ। ਇਹ ਤੋਂ ਮੈਂ ਡਰਦਾ ਨਹੀਂ। ਦੁਨੀਆ ਦੇ ਵਿੱਚ ਲੋਕ ਕਰਾਮਾਤ ਭਾਲਦੇ ਆ, ਅੱਜ ਦੇ ਯੁੱਗ ਦੇ ਵਿੱਚ ਵੀ।
ਜਿਹੜਾ ਉਹਨਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਉਂਦਾ ਹੈ, ਕਈ ਵਾਰ ਕਰਾਮਾਤਾਂ ਦੀਆਂ ਗੱਲਾਂ ਹੀ ਕਰਦਾ ਹੈ, ਬੜੀਆਂ ਵੱਡੀਆਂ ਵੱਡੀਆਂ ਗੱਲਾਂ ਸੁਣਾ ਕੇ ਲੋਕਾਂ ਨੂੰ ਭਰਮਾ ਲੈਂਦੇ ਨੇ, ਤੇ ਜਿਹੜੀ ਚੀਜ਼ ਉਹਨਾਂ ਦੇ ਕੋਲ ਨਹੀਂ ਹੈ ਉਹਨੂੰ ਵੰਡਣ ਦਾ ਸੌਦਾ, ਵੰਡਣ ਦਾ ਸੰਦੇਸ਼ਾ ਦਿੰਦੇ ਨੇ। ਜ਼ਿਆਦਾਤਰ ਦੁਨੀਆ 'ਚ ਇਹੀ ਖੇਡ ਤਮਾਸ਼ਾ ਚੱਲ ਰਿਹਾ। ਉਹ ਸਿੱਧੀਆਂ ਰੀਧੀਆਂ ਸਿੱਧੀਆਂ ਦੇ ਮਾਲਕ ਬਣ ਕੇ ਬੈਠੇ ਨੇ, ਚਾਹੇ ਝੂਠੀਆਂ ਨੇ ਚਾਹੇ ਸੱਚੀਆਂ ਨੇ। ਹਿੰਦੁਸਤਾਨ ਦੇ ਵਿੱਚ ਹਰ 3 ਕਿਲੋਮੀਟਰ ਦੇ ਉੱਤੇ ਕੋਈ ਨਾ ਕੋਈ ਪਖੰਡੀ ਡੇਰੇਬਾਜ਼ ਬੈਠਾ। ਪਹਿਲਾਂ ਇਹ ਡੇਰੇ ਆ ਜਿਹੜੇ ਬੜੇ ਛੋਟੇ ਲੈਵਲ ਤੋਂ ਸ਼ੁਰੂ ਹੁੰਦੇ ਨੇ, 4 ਇੱਟਾਂ ਤੋਂ, ਫਿਰ ਮਹਿਲਾਂ ਦਾ ਰੂਪ ਧਾਰਨ ਕਰ ਲੈਂਦੇ ਆ, ਕਿਉਂਕਿ ਗਰੀਬਾਂ ਦੀ ਜੇਬ ਦੇ ਪੈਸੇ ਠੱਗੀ ਦੇ ਨਾਲ ਕਮਾਏ ਜਾਂਦੇ ਨੇ ਤੇ ਉਹਨਾਂ ਦੀ ਸ਼ਰਧਾ ਦਾ ਜਿਹੜਾ ਨਜਾਇਜ਼ ਫਾਇਦਾ ਉਠਾ ਕੇ ਕਿਲੇ ਉਸਾਰੇ ਜਾਂਦੇ ਨੇ ਤੇ ਉੱਥੇ ਦੁਨੀਆ ਦੇ तमाम ਸ਼ੋਸ਼ਣ ਹੁੰਦੇ ਨੇ ਤੇ ਸ਼ਰਮਸ਼ਾਕ ਕੰਮਕਾਰ ਹੁੰਦੇ ਨੇ। ਦੁਨੀਆ ਦੇ ਵਿੱਚ ਸਭ ਤੋਂ ਜਿਹੜੀ ਨਾਮਰਾਦ ਬਿਮਾਰੀ ਹੈ ਉਹ ਇਹੀ ਹੈ। ਜਿਸ ਤਰ੍ਹਾਂ ਇੱਕ ਡਾਕਟਰੀ ਦਾ ਪੇਸ਼ਾ ਹੈ, ਲੋਕਾਂ ਦਾ ਇਲਾਜ ਕਰਨਾ, ਪੂਰੇ ਵਿੱਤ ਦੇ ਮੁਤਾਬਕ ਰੋਗੀ ਨੂੰ ਅਰੋਗ ਕਰਨਾ। ਡਾਕਟਰ ਸਾਹਿਬਾਨ ਨੂੰ ਇਹਦੇ ਲਈ ਪੜ੍ਹਾਈ ਪੜ੍ਹਨੀ ਪੈਂਦੀ ਹੈ, ਬੜੀ ਹਾਰਡ ਤਪੱਸਿਆ ਕਰਨੀ ਪੈਂਦੀ ਹੈ, ਪ੍ਰੈਕਟੀਕਲ ਕਰਕੇ ਦੇਖਣੇ ਪੈਂਦੇ ਆ, ਤਦ ਜਾ ਕੇ ਉਹ ਮਨੁੱਖਤਾ ਦੀ ਸੇਵਾ ਦੇ ਯੋਗ ਹੁੰਦੇ ਨੇ। ਇਹ ਜਿਹੜੇ ਰੱਬ ਦਾ ਨਾਮ ਵੰਡਦੇ ਨੇ, ਝੂਠੇ ਕਿਲੇ ਉਸਾਰਦੇ ਨੇ, ਇਹਨਾਂ ਨੇ ਕੋਈ ਵਿਦਿਆ ਪ੍ਰਾਪਤ ਨਹੀਂ ਕੀਤੀ ਤੇ ਉਸ ਗਿਆਨ ਨੂੰ ਇਹ ਵੰਡਦੇ ਨੇ ਜਿਹੜਾ ਇਹਨਾਂ ਨੂੰ ਆਉਂਦਾ ਹੀ ਨਹੀਂ ਹੈ। ਜਿਨ੍ਹਾਂ ਨੂੰ ਵੰਡਦੇ ਨੇ ਉਹਨਾਂ ਤੋਂ ਵੀ ਘਟੀਆ ਕਿਸਮ ਦੇ ਇਨਸਾਨ ਨੇ ਲੋਕ। ਫਿਰ ਵੀ ਭੋਲੇ ਲੋਕ ਕਰਾਮਾਤ ਦੀ ਗੱਲ ਨੂੰ ਪਸੰਦ ਕਰਦੇ ਨੇ, ਰਿਧੀਆਂ ਸਿੱਧੀਆਂ ਨੂੰ ਪਸੰਦ ਕਰਦੇ ਨੇ, ਇਹਨਾਂ ਦੇ ਮਗਰ ਲੱਗ ਜਾਂਦੇ ਨੇ। ਬੜੀ ਵੱਡੀ ਤਰਾਸਗੀ ਹੈ, ਖਾਸ ਕਰਕੇ ਹਿੰਦੁਸਤਾਨ ਦੇ ਵਿੱਚ। ਸੱਚੇ ਪਾਤਸ਼ਾਹ ਉਹਨਾਂ ਸਿੱਧਾਂ ਦੀ ਗੱਲ ਨਹੀਂ ਕਰਦੇ ਜਿਹੜੇ ਅੱਜ ਕੱਲ੍ਹ ਦੇ ਸਿੱਧ ਨੇ, ਉਹਨਾਂ ਪੀਰਾਂ ਦੀ ਗੱਲ ਨਹੀਂ ਕਰਦੇ ਜਿਹੜੇ ਅੱਜ ਕੱਲ੍ਹ ਦੇ ਪੀਰ ਨੇ, ਤੇ ਉਹਨਾਂ ਸੂਰਬੀਰਾਂ ਦੀ ਗੱਲ ਨਹੀਂ ਕਰਦੇ ਅੱਜ ਕੱਲ੍ਹ ਦੇ ਜਿਹੜੇ ਝੂਠੇ ਸੂਰਬੀਰ ਨੇ। ਉਹਨਾਂ ਜੋਗੀਆਂ ਦੀ ਗੱਲ ਨਹੀਂ ਕਰਦੇ, ਉਹਨਾਂ ਨਾਥਾਂ ਦੀ ਗੱਲ ਨਹੀਂ ਕਰਦੇ ਜਿਹੜੇ ਪਖੰਡੀ ਨੇ। ਉਹਨਾਂ ਦੀ ਗੱਲ ਕਰਦੇ ਆ ਜਿਹੜੇ ਗੋਰਖਨਾਥ ਵਰਗੇ ਪਹੁੰਚੇ ਹੋਏ ਨਾਥ ਸੀ। ਉਹਨਾਂ ਪੀਰਾਂ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਸਿਰਫ ਆਰਾਧਨਾ ਕੀਤੀ ਹੈ। ਸੱਚੇ ਪਾਤਸ਼ਾਹ ਕਹਿੰਦੇ ਕਿ ਕੋਈ ਰਿੱਧੀਆਂ ਸਿੱਧੀਆਂ ਦੀ ਲੋੜ ਹੀ ਨਹੀਂ ਰਹਿ ਜਾਂਦੀ ਜਦੋਂ ਉਹਦੀ ਨਜ਼ਰ ਹੋ ਜਾਵੇ। ਪਰ ਫਿਰ ਵੀ ਜੇ ਤੇਰੇ ਦਿਲ ਦੇ ਵਿੱਚ ਚਾਹਤ ਹੈ ਕਿ ਮੇਰਾ ਰੁਤਬਾ ਉੱਚਾ ਹੋਣਾ ਚਾਹੀਦਾ ਹੈ, ਜੇ ਉਹਦੀ ਬਾਣੀ ਨੂੰ ਸੁਣੇਗਾ ਤਾਂ ਤੇਰਾ ਰੁਤਬਾ ਉਹਨਾਂ ਬਰਾਬਰ ਹੋ ਜਾਊਗਾ ਜਿਨ੍ਹਾਂ ਨੂੰ ਤੂੰ ਸਿੱਧ ਪੁਰਸ਼ ਸਮਝਦਾ, ਪੀਰ ਸਮਝਦਾ, ਸੂਰਬੀਰ ਸਮਝਦਾ, ਨਾਥ ਸਮਝਦਾ। ਤੈਨੂੰ ਉਹਦੀ ਪ੍ਰਾਪਤੀ ਹੋ ਜਾਵੇਗੀ।
ਸੁਣੀਏ ਧਰਤ ਧਵਲ ਆਕਾਸ਼। ਧਵਲ ਇਸ ਲਾਈਨ ਦੇ ਵਿੱਚ, ਪੰਕਤੀ ਦੇ ਵਿੱਚ ਧਵਲ ਲਫ਼ਜ਼ ਆ ਜਿਹੜਾ, ਉਹ ਇਸ਼ਾਰਾ ਕਰਦਾ ਹੈ ਉਸ ਵੇਲੇ ਦਾ ਜਿਹੜਾ ਇੱਕ ਪਖੰਡ ਸੀ ਕਿ ਜਿਹੜੀ ਧਰਤੀ ਹੈ ਇਹ ਬਲਦ ਦੇ ਸਿੰਘਾਂ ਦੇ ਉੱਤੇ ਟਿਕੀ ਹੋਈ ਹੈ, ਇੱਕ ਸਿੰਘ ਦੇ ਉੱਤੇ। ਤੇ ਜਦੋਂ ਇੱਕ ਸਿੰਘ ਤੋਂ ਦੂਸਰਾ ਸਿੰਘ ਤਬਦੀਲ ਹੁੰਦਾ ਤਾਂ ਭੁਚਾਲ ਆਉਂਦਾ। ਇਸੇ ਤਰ੍ਹਾਂ ਚੰਦਰਮਾ ਦਾ ਜਿਹੜਾ ਦਾਗ ਵਾਲਾ ਹਿੱਸਾ ਹੈ ਉਹਦੇ ਉੱਤੇ ਵੀ ਵੱਖਰੀਆਂ ਵੱਖਰੀਆਂ ਸਟੋਰੀਆਂ, ਕਹਾਣੀਆਂ ਬਣਾਈਆਂ ਗਈਆਂ, ਮਿਥਿਹਾਸਕ ਅੰਦਾਜ਼ੇ ਲਗਾਏ ਗਏ। ਤੇ ਬਲਦ ਵਾਲਾ ਜਿਹੜਾ ਅੰਦਾਜ਼ਾ ਇਹ ਵੀ ਕਿਸੇ ਪਖੰਡੀ ਨੇ ਬੈਠੇ ਬੈਠੇ ਨੇ ਲਗਾਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵੇਲੇ ਕੋਈ ਵੱਡੀ ਲੈਬੋਰਟਰੀ ਨਹੀਂ ਸੀ, ਕੋਈ ਨਾਸਾ ਵਰਗੀ ਖੋਜ ਸੰਸਥਾ ਨਹੀਂ ਸੀ, ਨਾ ਹੀ ਕੋਈ ਵੱਡੀਆਂ ਵੱਡੀਆਂ ਦੂਰਬੀਨਾਂ ਸੀ। ਹਿਰਦੇ ਦੇ ਵਿੱਚ ਪ੍ਰਭੂ ਦਾ ਸੰਦੇਸ਼ਾ ਆਉਂਦਾ ਸੀ ਤੇ ਉਹੀ ਮਨੁੱਖਤਾ ਨੂੰ ਦੱਸਦੇ ਸੀ। ਜਿਹੜੀ ਤਬਲੇ ਦੀ ਸੱਚੇ ਪਾਤਸ਼ਾਹ ਮਿਥਿਹਾਸ ਨੂੰ ਸਾਇੰਸ ਬਣਾਉਂਦੇ ਨੇ, ਇੱਕ ਫਿਕਸ਼ਨ ਨੂੰ, ਇਮੈਜੀਨੇਸ਼ਨ ਨੂੰ ਸੱਚਾਈ ਦੇ ਵਿੱਚ ਬਦਲਦੇ ਨੇ, ਉਹ ਵੀ ਅਕਾਲ ਪੁਰਖ ਦੀ ਮਿਹਰ ਦੇ ਨਾਲ ਸੱਚੀ ਗੱਲ ਮਨੁੱਖਤਾ ਨੂੰ ਸਮਝਾ ਰਹੇ ਨੇ ਕਿ ਜੇ ਤੂੰ ਉਹਦੀ ਗੱਲ ਸੁਣੇਗਾ, ਉਹਦੀ ਗੱਲ ਨੂੰ ਵਿਚਾਰੇਗਾ ਜਿਹਨੇ ਤੈਨੂੰ ਬਣਾਇਆ, ਤਾਂ ਤੈਨੂੰ ਗਿਆਨ ਹੋ ਜਾਊਗਾ ਕਿ ਧਵਲੇ ਵਾਲੀ ਜਿਹੜੀ ਗੱਲ ਵਾ ਉਹ ਵੀ ਬਹੁਤ ਵੱਡੀ ਗੱਪ ਹੈ। ਇਦਾਂ ਦੀ ਕੋਈ ਗੱਲ ਬਾਤ ਨਹੀਂ ਹੈ। ਧਰਤੀ ਹੈ ਜਿਹੜੀ ਗ੍ਰੈਵਿਟੇਸ਼ਨ ਦੇ ਨਾਲ, ਮੈਗਨੈਟਿਕ ਸਿਸਟਮ ਦੇ ਨਾਲ ਘੁੰਮ ਰਹੀ ਹੈ। ਇਹਨੂੰ ਏਡੀ ਵੱਡੀ ਧਰਤੀ ਨੂੰ ਛੋਟਾ ਜਿਹਾ ਬਲਦ ਕਿਵੇਂ ਚੁੱਕ ਲੂਗਾ? ਤੇ ਨਾਲੇ ਫਿਰ ਬਲਦ ਦੇ ਪੈਰ ਕਿੱਥੇ ਖੜਨਗੇ? ਜਾਂ ਫਿਰ ਇੱਕ ਹੋਰ ਬਲਦ ਉਹਨੂੰ ਚੁੱਕੂਗਾ ਤੇ ਇਸ ਤਰ੍ਹਾਂ ਤਾਂ ਬਲਦਾਂ ਦੀ ਲਾਈਨ ਲੱਗੀ ਜਾਊ। ਨਿਰੰਕਾਰ ਮਿਹਰ ਕਰਦੇ ਆ ਕਿ ਤੈਨੂੰ ਇਹ ਜਿਹੜੀ ਗੱਪ ਹੈ ਇਹਦੀ ਸਮਝ ਲੱਗ ਜੂ ਜੇ ਤੂੰ ਉਹਦੀ ਬਾਣੀ ਨੂੰ ਸਵੀਕਾਰ ਕਰੇ। ਤੈਨੂੰ ਕਿਤੇ ਲੱਭਣ ਦੀ ਲੋੜ ਨਹੀਂ ਪੈਣੀ। ਤੇਰੇ ਅੰਦਰ ਜਿਹੜਾ ਛੁਪਿਆ ਹੋਇਆ ਗਿਆਨ ਹੈ ਉਹ ਬਾਣੀ ਦੇ ਸ਼ਬਦਾਂ ਦੇ ਨਾਲ ਇਗਨਾਈਟ ਹੋ ਜੂ ਤੇ ਜਿਹੜੀ ਤੇਰੀ ਬੇਅਕਲੀ ਹੈ ਉਹ ਅਕਲ ਦੇ ਵਿੱਚ ਬਦਲ ਜਾਊਗੀ। ਸੁਣੀਏ ਧਰਤ ਧਵਲ ਆਕਾਸ਼। ਧਵਲੇ ਤੇ ਆਕਾਸ਼ ਤੇ ਧਰਤੀ ਦੇ ਜਿਹੜਾ ਗਿਆਨ ਹੈ ਤੈਨੂੰ ਇਹ ਪ੍ਰਾਪਤ ਹੋ ਜਾਵੇਗਾ। ਇੱਥੇ ਹੀ ਬਸ ਨਹੀਂ, ਕਿੰਨੇ ਬ੍ਰਹਿਮੰਡ ਨੇ ਧਰਤੀ ਦੇ ਵਿੱਚ, ਹਰ ਰੋਜ਼ ਹੀ ਨਵੇਂ ਖੋਜੇ ਜਾਂਦੇ ਨੇ ਤੇ 15 ਸਾਲ ਦਾ ਸਮਾਂ ਲੱਗਦਾ ਹੈ। ਦੂਰ ਦਰੇਡੇ ਤਾਰੇ ਜਦੋਂ ਖਤਮ ਹੁੰਦੇ ਨੇ, ਵਿਨਾਸ਼ ਹੁੰਦੇ ਨੇ, ਉਹਨਾਂ ਦੇ ਵਿੱਚੋਂ ਇਗਨੀਸ਼ਨ ਪੈਦਾ ਹੁੰਦੀ ਹੈ, ਲਾਈਟ ਪੈਦਾ ਹੁੰਦੀ ਹੈ। ਉਹਨੂੰ ਧਰਤੀ ਤੱਕ ਪਹੁੰਚਣ ਦੇ ਲਈ 15 ਸਾਲ ਲੱਗ ਜਾਂਦੇ ਨੇ। ਇੰਨੀ ਦੂਰੀ ਦੀ ਅਸੀਂ ਗੱਲ ਕਰ ਰਹੇ ਹਾਂ। ਸੱਚੇ ਪਾਤਸ਼ਾਹ ਨਿਰੰਕਾਰ ਬੇਅੰਤ 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 5 ਵੇਰ ਬੇਅੰਤ ਦੀ ਗੱਲ ਬਾਣੀ ਦੇ ਵਿੱਚ ਕਰ ਰਹੇ ਆ ਕਿ ਮਨੁੱਖ ਦੇ ਕੋਲ ਸ਼ਬਦ ਬੜੇ ਛੋਟੇ ਆ, ਉਹ ਬੜਾ ਵੱਡਾ।
ਉਹਦੀ ਸਿਫਤ ਸਲਾਹ ਕਰਨ ਦੇ ਲਈ ਜਿਹੜੀ ਵੋਕੈਬਲਰੀ ਹੈ ਬੜੀ ਤੁੱਛ ਹੈ, ਉਹਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਨਹੀਂ ਤਾਂ ਇੱਕ ਬੇਅੰਤ ਸ਼ਬਦ ਜਿਹੜਾ ਬਹੁਤ ਵੱਡਾ ਸ਼ਬਦ ਹੈ। ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੀਆਂ ਤੇਰੀਆਂ ਅੱਖਾਂ ਨੇ ਉਹਨਾਂ ਦੀ ਜਿਹੜੀ ਰੀਚ ਹੈ, ਪਹੁੰਚ ਹੈ, ਬੜੀ ਛੋਟੀ ਹੈ। ਤੇਰੇ ਕੰਨ ਵੀ ਬੜੇ ਛੋਟੇ ਨੇ, ਤੇਰੀ ਜੀਭ ਵੀ ਬੜੀ ਛੋਟੀ ਹੈ। ਇੱਕ ਜੀਭ ਨਾਲ ਕੀ ਗੱਲ ਬਣ ਸਕਦੀ ਹੈ। ਨਿਰੰਕਾਰ ਸੱਚੇ ਪਾਤਸ਼ਾਹ ਉਹਨਾਂ ਪਲੈਨਟਸ ਦੀ ਗੱਲ ਕਰਦੇ ਆ, ਉਹਨਾਂ ਗਲੈਕਸੀਜ਼ ਦੀ ਗੱਲ ਕਰਦੇ ਆ, ਲੋਹ ਦੀ ਗੱਲ ਕਰਦੇ ਆ, ਜਿਹਨੂੰ ਅੱਜ ਦੇ ਯੁੱਗ ਦੇ ਵਿੱਚ ਡੀਪ ਹੋਲ ਕਹਿ ਦਿੰਦੇ ਨੇ, ਖਲਾ ਕਹਿ ਦਿੰਦੇ ਨੇ। ਨਾਸਾ ਵਾਲਿਆਂ ਨੂੰ ਵੀ ਸਮਝ ਨਹੀਂ ਲੱਗਦੀ, ਇੱਕ ਡੀਪ ਹੋਲ ਪੈਦਾ ਹੁੰਦੀ ਹੈ ਤੇ ਮਹੀਨੇ ਬਾਅਦ ਇੱਕ ਹੋਰ ਪੈਦਾ ਹੋ ਜਾਂਦੀ ਹੈ। ਨਵੇਂ ਤੋਂ ਨਵਾਂ ਪਲੈਨਟ ਹੈ ਜਿਹੜਾ ਆਕਾਰ ਬਣਾ ਲੈਂਦਾ ਹੈ, ਤੇ ਉਹਨਾਂ ਦੀ ਕੋਈ ਗਿਣਤੀ ਕੀਤੀ ਨਹੀਂ ਜਾ ਸਕਦੀ ਜਿੰਨੇ ਇਸ ਵੇਲੇ ਬ੍ਰਹਿਮੰਡ ਦੇ ਵਿੱਚ ਮੌਜੂਦ ਨੇ। ਚਾਰੇ ਪਾਸੇ ਬ੍ਰਹਿਮੰਡ ਹੈ, ਧਰਤੀ ਵਿਚਾਲੇ ਉੜਦੀ ਫਿਰਦੀ ਹੈ। ਨਿਰੰਕਾਰ ਉਸ ਪਤਾਲ ਦੀ ਗੱਲ ਕਰਦੇ ਆ ਜਿਹੜਾ ਮਨੁੱਖ ਨੇ ਕਲਪਿਆ ਹੋਇਆ। ਧਰਤੀ ਦੇ ਸੀਨੇ ਦੀ ਗੱਲ ਨਹੀਂ ਕਰ ਰਹੇ, ਚਾਰੇ ਪਾਸੇ ਬ੍ਰਹਿਮੰਡ ਦੀ ਗੱਲ ਕਰ ਰਹੇ ਨੇ। ਸੁਣੀਏ ਦੀਪ ਲੋ ਪਤਾਲ ਉਹਨਾਂ ਗਲੈਕਸੀਜ਼ ਦੀਆਂ, ਉਹਨਾਂ ਚਾਰੇ ਪਾਸੇ ਖਲਾ ਦੀਆਂ, ਪਤਾਲਾਂ ਦੀਆਂ, ਉਹਨਾਂ ਪਲੈਨਟਸ ਦੀਆਂ। ਤੈਨੂੰ ਜਿਹੜੀਆਂ ਅਕਲਾਂ ਨੇ ਆ ਜਾਣਗੀਆਂ ਜੇ ਉਹਦੇ ਵੱਲ ਨਿਸ਼ਚਾ ਕਰਕੇ ਉਹਦੀ ਗੱਲ ਸੁਣੇ ਤੇ ਆਪਣੀ ਗੱਲ ਹੈ ਜਿਹੜੀ ਸੁਣਾਉਣੀ ਬੰਦ ਕਰ ਦਵੇ। ਦਰਅਸਲ ਅਸੀਂ ਅੱਜ ਕੱਲ ਪ੍ਰਭੂ ਨੂੰ ਆਪਣੀ ਗੱਲ ਸੁਣਾਉਣੀ ਚਾਹੁੰਦੇ ਹਾਂ। ਮਨੁੱਖ ਆਪਣੇ ਆਪ ਨੂੰ ਇੰਨਾ ਸਿਆਣਾ ਸਮਝਣ ਲੱਗ ਗਿਆ, ਕੱਲਾ ਉਹ ਦੂਸਰੇ ਮਨੁੱਖਾਂ ਨੂੰ ਆਪਣੀ ਗੱਲ ਨਹੀਂ ਸੁਣਾਉਂਦਾ, ਇਦੋਂ ਵੀ ਅੱਗੇ ਲੰਘ ਚੁੱਕਿਆ। ਉਹ ਆਪਣੀ ਅਕਲ ਨੂੰ ਇੰਨੀ ਮਹਾਨ ਮੰਨਣ ਲੱਗ ਪਿਆ, ਇੰਨਾ ਇਲਮਦਾਰ ਬਣ ਗਿਆ, ਇੰਨਾ ਅਕਲ ਦਾ ਲਤੀਫ ਬਣ ਗਿਆ ਕਿ ਉਹ ਪ੍ਰਭੂ ਨੂੰ ਸਮਝਾਉਣ ਦੇ ਯੋਗ ਮੰਨਦਾ ਹੈ ਆਪਣੇ ਆਪ ਨੂੰ ਕਿ ਮੈਨੂੰ ਵੱਡੀ ਅਕਲ ਆ ਗਈ। ਜੇ ਬੱਚਾ ਆਪਣੇ ਪਿਓ ਨੂੰ ਅਕਲਾਂ ਦਵੇ, ਦੁਨਿਆਵੀ ਪਿਓ ਤੰਗ ਆ ਜਾਵੇਗਾ, ਦੁਖੀ ਹੋ ਜਾਵੇਗਾ ਕਿ ਮੇਰਾ ਜਨਮਿਆ ਬੱਚਾ ਮੈਨੂੰ ਸਿਆਣਪਾਂ ਦੱਸਦਾ। ਇਹੀ ਕਾਰਨ ਹੈ ਕਿ ਅਸੀਂ ਜੋ ਫਿਲਾਸਫੀ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਤੇ ਬਿਲਕੁਲ ਉਹ ਤੋਂ ਉਲਟ ਜਿਹੜਾ ਅਸੀਂ ਕੰਮ ਸ਼ੁਰੂ ਕੀਤਾ ਹੋਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਪਿਤਾ ਦੀ ਵੱਡੀ ਪੂੰਜੀ 20 ਰੁਪਏ, ਅੱਜ ਦੀ ਜੇ ਆਪਾਂ 7% ਇਨਫਲੇਸ਼ਨ 550 ਸਾਲ ਨਾਲ ਮਲਟੀਪਲਾਈ ਕਰੀਏ ਤਾਂ ਜਿਹੜੇ 20 ਰੁਪਏ ਆ ਉਹ ਲੱਖਾਂ ਦੇ ਵਿੱਚ ਬਣਦੇ ਨੇ। ਲੱਖਾਂ ਦੀ ਜਿਹੜੀ ਇਨਵੈਸਟਮੈਂਟ ਸੀ ਪਿਤਾ ਜੀ ਨੇ ਆਪਣੇ ਪੁੱਤਰ ਨੂੰ ਦਿੱਤੀ ਤੇ ਉਹਨੇ ਸੱਚਾ ਸੌਦਾ ਕਰਨ ਨੂੰ ਕਿਹਾ ਤੇ ਪੁੱਤ ਨੇ ਨਿਭਾਤੀ ਕਿ ਸੱਚਾ ਸੌਦਾ ਕਰ ਦਿੱਤਾ। ਸ਼ੇਅਰ ਵੰਡ ਕੇ ਛਕਣਾ। ਵੱਡੇ ਵੱਡੇ ਮੁਲਕ ਆ ਜਿਹੜੇ ਉਹਨਾਂ ਦੀਆਂ ਫਿਲਾਸਫੀਆਂ ਫੇਲ ਹੋ ਚੁੱਕੀਆਂ ਨੇ। ਚਾਈਨਾ ਵਾਲਿਆਂ ਨੇ
ਇਸ ਪਾਸੇ ਕਿ ਗਰੀਬਾਂ ਦੀ ਇਕਸਾਰਤਾ ਹੋਣੀ ਚਾਹੀਦੀ ਹੈ। ਬੜਾ ਜ਼ੋਰ ਲਾਇਆ ਕਿ ਸਮਾਜਵਾਦ ਆ ਜਾਵੇ। ਅਖੀਰ 'ਚ ਉਹਨਾਂ ਦੇ ਜਿਹੜੀ ਮਨ ਦਾ ਸੰਤੁਲਨ ਹੈ ਵਿਗੜ ਗਿਆ ਤੇ ਉਹਨਾਂ ਦੀ ਇਕਸਾਰਤਾ ਫੇਲ ਹੋ ਗਈ। ਇਸੇ ਤਰ੍ਹਾਂ ਸੋਵੀਅਤ ਯੂਨੀਅਨ ਦਾ ਹੋਇਆ। ਇਕਸਾਰਤਾ ਵੰਡਦੇ ਆਪ ਹੀ ਕਲੈਪਸ ਹੋ ਗਏ, ਕਿਉਂਕਿ ਸਪਿਰਿਚੁਅਲ ਸਟੇਬਿਲਿਟੀ ਉਹਨਾਂ ਦੇ ਮਨ ਦੇ ਵਿੱਚ ਨਹੀਂ ਰਹੀ। ਉਹਨਾਂ ਨੇ ਇਹ ਨਹੀਂ ਸੋਚਿਆ ਕਿ ਜਿਹੜੇ ਅੱਜ ਗਰੀਬ ਨੇ, ਰੋਜੀ ਰੋਟੀ ਨੂੰ ਤਰਸਦੇ ਨੇ, ਜਦੋਂ ਉਹਨਾਂ ਦੇ ਕੋਲ ਪਦਾਰਥ ਆ ਗਿਆ ਤਾਂ ਉਹਨਾਂ ਜ਼ੁਲਮ ਕਰਨ ਵਾਲਿਆਂ ਤੋਂ ਵੀ ਭੈੜੇ ਬਣ ਜਾਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ 20 ਰੁਪਏ ਦਾ ਲੰਗਰ ਚਲਾਇਆ ਤਾਂ ਆਪਣੇ ਆਪ ਨੂੰ ਨਿਮਾਣਾ ਨਿਤਾਣਾ ਬਣ ਕੇ ਖਰੀਦਿਆ, ਬਣਾਇਆ ਤੇ ਵਰਤਾਇਆ। ਆਪਣੇ ਪਿਤਾ ਜੀ ਤੋਂ ਝਿੜਕਾਂ ਖਾਧੀਆਂ। ਇੱਕ ਸਿਧਾਂਤ ਹੈ ਜਿਹੜਾ ਐਸਟੈਬਲਿਸ਼ ਕਰ ਦਿੱਤਾ ਤੇ ਅਸੀਂ ਉਸ ਸਿਧਾਂਤ ਦੀਆਂ ਧੱਜੀਆਂ ਉਡਾਉਂਦੇ ਆ। ਪਹਿਲਾਂ ਤਾਂ ਜਿਹੜੀ ਸਾਦਗੀ ਆ ਉਹਦੇ ਵਿੱਚੋਂ ਗਾਇਬ ਕਰਤੀ। ਸਿੰਪਲ ਸਿਟੀ ਆ ਜਿਹੜੀ ਲੰਗਰ ਦੇ ਵਿੱਚੋਂ ਅਸੀਂ ਬਾਹਰ ਕੱਢਤੀ। ਅਸੀਂ ਲੰਗਰ ਨੂੰ ਇੱਕ ਪਕਵਾਨ ਦਾ ਰੂਪ ਦੇ ਦਿੱਤਾ। ਇਹ ਡਾਕਟਰ ਸਾਹਿਬਾਨ ਹੈ ਜਿਹੜੇ ਦੱਸਦੇ ਨੇ ਕਿ ਇੰਨਾ ਹੈਵੀ ਭੋਜਨ, ਇੰਨਾ ਆਇਲੀ, ਇੰਨਾ ਸ਼ੂਗਰੀ ਬਣਾਤਾ ਕਿ ਇੱਕ ਸਧਾਰਨ ਵਿਅਕਤੀ ਉਹਨੂੰ ਖਾ ਕੇ ਫੈਟ ਦਾ ਸ਼ਿਕਾਰ ਹੁੰਦਾ, ਡਾਇਬੀਟਿਸ ਦਾ ਸ਼ਿਕਾਰ ਹੁੰਦਾ। ਸਾਦਗੀ ਗਾਇਬ ਕਰਤੀ ਤੇ ਉਹਦੀ ਜਿਹੜੀ ਨੀਡ ਹੈ, ਜਿਹੜੇ ਭੁੱਖਿਆਂ ਦੇ ਲਈ ਸਿਧਾਂਤ ਬਣਾਇਆ ਗਿਆ ਸੀ, ਉਹਨੂੰ ਬਦਲ ਕੇ ਅਸੀਂ ਰੱਜਿਆਂ ਨੂੰ ਰਜਾਉਣ ਦਾ ਸਿਧਾਂਤ ਬਣਾਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪਤਾ ਸੀ ਉਹਨਾਂ ਦੇ ਪਿੰਡ ਦੇ ਵਿੱਚ ਬੜੇ ਧਨਾੜ ਰਹਿੰਦੇ ਨੇ, ਉਹਨਾਂ ਦੇ ਸ਼ਰੀਕੇ ਕਬੀਲੇ ਦੇ ਲੋਕ ਬੜੇ ਰਹਿੰਦੇ ਸੀ। ਪਿੰਡ ਸੀ, ਲੋਕਾਂ ਦਾ ਭਰਿਆ ਹੋਇਆ ਪਿੰਡ। ਸੱਚੇ ਪਾਤਸ਼ਾਹ ਉੱਥੇ ਵੀ 20 ਰੁਪਏ ਦਾ ਸਮਾਨ ਲਿਆ ਕੇ, ਪਦਾਰਥ ਲਿਆ ਕੇ ਇੱਕ ਵੱਡਾ ਸਾਰਾ ਇਕੱਠ ਕਰ ਸਕਦੇ ਸੀ, ਬੱਲੇ ਬੱਲੇ ਕਰਾ ਸਕਦੇ ਸੀ। ਪਿਤਾ ਜੀ ਨੂੰ ਵੀ ਵਾਵਾ ਮਿਲ ਜਾਂਦੀ। ਪਿਤਾ ਦੀ ਨਾਰਾਜ਼ਗੀ ਝੱਲਣੀ ਨਾ ਪੈਂਦੀ ਪੁੱਤਰ ਨੂੰ, ਪਰ ਉਹਨਾਂ ਨੇ ਇਹ ਨਹੀਂ ਕੀਤਾ। ਉਹਨਾਂ ਨੇ ਇੱਕ ਫਿਲਾਸਫੀ, ਇੱਕ ਟੈਕਨੋਲੋਜੀ, ਇੱਕ ਵਿਗਿਆਨ ਲੋਕਾਂ ਨੂੰ ਵੰਡਣਾ ਸੀ। ਇੱਕ ਕੋਈ ਨਵੀਂ ਚੀਜ਼, ਨਵਾਂ ਸੌਦਾ, ਨਵਾਂ ਸੋਸ਼ਲਿਜ਼ਮ ਇਸ ਧਰਤੀ ਦੇ ਉੱਤੇ ਲਿਆਉਣਾ ਸੀ। ਨਿਰੰਕਾਰ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਜੇ ਤੂੰ ਉਹਦੀ ਗੱਲ ਸੁਣ ਲਵੇਂ ਤਾਂ ਤੈਨੂੰ ਦੀਪ ਲੋ ਪਤਾਲਾਂ ਦਾ ਗਿਆਨ ਹੋ ਜੂ। ਸੁਣੀਏ ਪੋ ਨਾ ਸਕੇ ਕਾਲ, ਨਾਨਕ ਭਗਤਾ ਸਦਾ ਵਿਕਾਸ, ਸੁਣਿਆ ਦੁੱਖ ਪਾਪ ਕਾ ਨਾਸ। ਫੀਅਰ ਆਫ ਡੈਥ, ਹਰ ਕੋਈ ਮੌਤ ਤੋਂ ਡਰਦਾ, ਪਰ ਜੇ ਅਕਾਲ ਦੀ ਉਸਤਤ ਕਰਦਾ ਕੋਈ ਤੇ ਸੁਣਦਾ, ਉਹਦੇ ਨੇੜੇ ਜਮਦੂਤ ਨਹੀਂ ਆਉਂਦਾ, ਉਹਨੂੰ ਕਾਲ ਨਹੀਂ, ਉਹਨੂੰ ਸਤਿਕਾਰ ਮਿਲਦਾ। ਤੇ ਦੁੱਖ ਪਾਪ ਹੈ ਜਿਹੜਾ ਡਰ ਹੈ, ਫੀਅਰ ਖਤਮ ਹੋ ਜਾਂਦਾ। ਤੇ ਜਿਹੜੇ ਭਗਤ ਨੇ ਉਹ ਆਨੰਦ ਦੇ ਵਿੱਚ ਵਿਕਸਦੇ ਨੇ, ਉਹਨਾਂ ਦਾ ਜੀਵਨ ਹੈ ਜਿਹੜਾ ਰੁਸ਼ਨਾਇਆ ਜਾਂਦਾ ਤੇ ਆਨੰਦ ਦੇ ਵਿੱਚ ਆਨੰਦ ਬਣ ਜਾਂਦੇ ਨੇ।
ਗੁਰੂ ਦੀ ਮਿਹਰ ਹੁੰਦੀ ਹੈ, ਗੁਰੂ ਗਲਮੱਖੜੀ ਪਾ ਲੈਂਦਾ ਤੇ ਮੁੜ ਕੇ ਦੁੱਖ ਨਹੀਂ ਲੱਗਦਾ। ਗੁਰੂ ਪਿਆਰਿਓ, ਅੱਜ ਇੰਨਾ ਹੀ।